ਸਤਿ ਸ਼੍ਰੀ ਅਕਾਲ ਦੋਸਤੋ, ਬਲਦੇਵ ਸਿੰਘ ਵਿਰਦੀ ਜੀ। ਔਰ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਜਿਹੜੇ ਲੇਟੈਸਟ ਰੂਲਸ ਚੇਂਜ ਹੋਏ ਹੈ ਸਟੂਡੈਂਟ ਵੀਜ਼ਾ ਲਈ। ਸਟੈਪ 1 ਸਟੈਪ 2 ਦੀ ਅਪਰੂਵਲ ਸੀ ਜਿਨ੍ਹਾਂ ਦੀ ਗੱਲ ਕਰਦੇ ਹਾਂ। ਐਂਡ ਲੇਟੈਸਟ 23 ਆਫ ਜੁਲਾਈ 23 ਜੁਲਾਈ ਨੂੰ ਦਿੱਲੀ ਦੇ ਵਿੱਚ ਜਿਹੜਾ IRCC ਦੇ ਵੱਲੋਂ ਇੱਕ ਵੈਬੀਨਾਰ ਲਾਂਚ ਕੀਤਾ ਗਿਆ। ਵੈਬੀਨਾਰ ਦੇ ਵਿੱਚ ਕੁਝ ਏਜੰਟਸ ਵੀ ਸੀ ਔਰ ਸਾਰੀ ਇਨਫੋਰਮੇਸ਼ਨ ਜਿਹੜੀ ਪਾਸ ਆਊਟ ਕੀਤੀ ਗਈ ਹੈ। ਬੜੇ ਇੰਪੋਰਟੈਂਟ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਉਹ ਬੜੀ ਕਲੈਰਿਟੀ ਨਾਲ ਹੈਗੀਆਂ ਔਰ ਉਹਨਾਂ ਨੂੰ ਸਮਝਣ ਦੀ ਵੀ ਲੋੜ ਹੈਗੀ ਹੈ। YouTube ਦੇ ਉੱਪਰ ਬਹੁਤ ਸਾਰੀਆਂ ਮਿਸ ਇਨਫੋਰਮੇਸ਼ਨਸ ਵੀ ਆ ਰਹੀਆਂ ਹਨ, ਉਹਨਾਂ ਨੂੰ ਥੋੜਾ ਖਿਆਲ ਵੀ ਰੱਖਣਾ ਹੈਗਾ। ਸੋ ਸਭ ਤੋਂ ਵਧੀਆ ਜਾਣਕਾਰੀ ਦੇ ਲਈ IRCC ਦੀ ਜਿਹੜੀ ਵੈਬਸਾਈਟ ਹੈ ਉਸ 'ਤੇ ਤੁਸੀਂ ਜੁੜ ਕੇ ਸਾਰੀਆਂ ਇਨਫੋਰਮੇਸ਼ਨਸ ਪ੍ਰਾਪਤ ਕਰ ਸਕਦੇ ਹੋ। ਬਟ ਮੋਟਾ ਜਿਹੜੇ ਪੁਆਇੰਟਸ ਹੈਗੇ ਉਹ ਆਪਾਂ ਡਿਸਕਸ ਕਰਾਂਗੇ। ਸੋ 23 ਜੁਲਾਈ ਨੂੰ ਜਿਹੜੇ ਪੁਆਇੰਟਸ ਡਿਸਕਸ ਹੋਏ ਆ ਉਹਦੇ ਵਿੱਚੋਂ ਜਿਹੜੇ ਮੇਨ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਜਿਹੜੇ ਵਰੀਡ ਵਾਲੇ ਵੀ ਹੈਗੇ ਆਪਣੇ ਲਈ। ਐਂਡ ਕੁਝ ਚੀਜ਼ਾਂ ਇਹ ਵੀ ਸਾਹਮਣੇ ਆਈਆਂ ਵੀ ਕੈਨੇਡਾ ਹਮੇਸ਼ਾ ਹੀ ਬੱਚਿਆਂ ਲਈ ਬਹੁਤ ਜ਼ਿਆਦਾ ਕੰਸਰਨ ਰਹਿੰਦਾ ਹੈ ਔਰ ਉਹਨਾਂ ਨੂੰ ਪਤਾ ਵੀ ਹੈਗਾ ਵੀ ਬੱਚਿਆਂ ਦੇ ਬਿਨਾਂ ਜਾਂ ਜਿਹੜੇ ਸਟੂਡੈਂਟਸ ਵੀਜ਼ਾ ਤੋਂ ਬਿਨਾਂ ਉਹਨਾਂ ਦਾ ਜਿਹੜਾ ਸਿਸਟਮ ਨਹੀਂ ਚੱਲ ਸਕਦਾ। ਤਾਂ ਇਸ ਲਈ ਉਹਨਾਂ ਨੂੰ ਹਮੇਸ਼ਾ ਪ੍ਰਾਇੋਰਟੀ ਵੀ ਦਿੰਦੇ ਹੈਗੇ। ਬਟ ਕੁਝ ਸਿਸਟਮਸ ਜਿਸ ਤਰ੍ਹਾਂ ਹੁਣ ਪ੍ਰੋਸੈਸ 1 ਐਂਡ ਪ੍ਰੋਸੈਸ 2 ਜਿਹੜਾ ਹੈਗਾ ਸਟੈਪ 1 ਸਟੈਪ 2 ਦੇ ਵਿੱਚ ਹੈਗਾ ਕੁਝ ਚੀਜ਼ਾਂ ਇੰਪਲੀਮੈਂਟ ਕੀਤੀਆਂ ਗਈਆਂ, ਉਹਨਾਂ ਨੂੰ ਆਪਾਂ ਜਾਣਾਂਗੇ ਜਿਹੜੀਆਂ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ। ਨੰਬਰ 1 ਹੈਗੀ ਰਿਸਟ੍ਰਿਕਸ਼ਨ, ਜਿਹੜੀ ਰਿਸਟ੍ਰਿਕਸ਼ਨ ਟੂ ਫਲਾਈ ਔਨ ਕੈਨੇਡਾ। ਤੋ ਉਹ ਕਿਹੜੇ ਬੰਦੇ ਜਿਹੜੇ ਫਲਾਈ ਕਰ ਸਕਦੇ ਜਿਹੜੇ ਨਹੀਂ ਕਰ ਸਕਦੇ ਉਹਨਾਂ ਬਾਰੇ। ਤੋ ਅੱਜ ਦੀ ਡੇਟ ਵਿੱਚ ਅਗਰ ਆਪਾਂ ਜਾਣੀਏ ਤਾਂ ਸਿੰਪਲ PR ਜਿਹੜੇ ਹੈਗੇ ਉਹ ਟਰੈਵਲ ਕਰ ਸਕਦੇ ਹੈਗੇ ਆ, ਜਾਂ ਪਰਸਨਸ ਜਿਹੜੇ ਹੈਗੇ ਆ ਅੰਡਰ ਕੈਨੇਡੀਅਨ ਐਕਟ ਦੇ ਅੰਡਰ ਜਿਹੜੇ ਆਉਂਦੇ ਹੈਗੇ ਉਹ ਕਰ ਸਕਦੇ। ਰਿਸਟ੍ਰਿਕਟਡ ਰਜਿਸਟਰਡ ਪਰਸਨਸ ਹੈਗੇ ਜਾਂ ਪ੍ਰੋਟੈਕਟਡ ਪਰਸਨਸ ਹੈਗੇ, ਜਾਂ ਕੋਈ ਫੋਰਨ ਨੈਸ਼ਨਲ ਹੈਗਾ USA ਤੋਂ ਕੋਈ ਹੈਗਾ ਜਿਹੜਾ ਅੰਡਰ ਐਸੈਂਸ਼ੀਅਲ प्रोग्राम के अंदर एंटर करना चाहता है, और या फिर कोई अदर दैन USA तो भी कोई एसेंशियल प्रोग्राम्स के अंदर एंटर करना चाहता है जिसे बहुत ज़्यादा जरूरी है, वही बंदे सारे एंटर कर पा रहे हैं। बट ये कुछ जिहड़ियां रिस्ट्रिक्शनस एग्जाम्पशन भी है। हुण इत्थे बड़े ध्यान नाल देखने वाली गल हैगी, कुछ टैंपररी फॉरन वर्कर जिहड़े हैगे वो भी जा सकते जिन्हां कोल अप्रूवल्स हैगियां, जिन्हां कोल यानी कि उत्थे हैल्थ दे विच जां जिहड़ियां मैंडेटरी सर्विसिस हैगियां एसेंशियल सर्विस हैगियां उन्हां दे विच उन्हां दा वर्क परमिट अवेलेबल हैगा, या वो इत्थे इंडिया आए हुए वापस जाना चाहते हो जा सकते हैं। सम इंटरनेशनल स्टूडेंट सैकंड उन्होंने कहा कि कुछ इंटरनेशनल स्टूडेंट भी फ्लाई कर सकते हैं, ਜਦੋਂ ਕਿ ਹਜੇ ਜਿਹੜੀ ਫਲਾਈਟਸ ਉਹਨਾਂ ਨੂੰ ਹਜੇ ਨਹੀਂ ਚੱਕ ਰਹੀਆਂ। ਉਹਦੇ ਬਾਰੇ ਹੋ ਸਕਦਾ 2-4 ਦਿਨਾਂ 'ਚ ਕਲੈਰਿਟੀ ਆਪਣੇ ਕੋਲ ਆ ਜਾਏ ਜਾਂ ਕੁਝ ਫਲਾਈਟਸ ਉਹਨਾਂ ਨੂੰ ਓਪਨ ਕਰ ਦੇਣ। ਬਟ ਕੁਝ ਬੱਚੇ ਜਿਨ੍ਹਾਂ ਕੋਲ ਕਾਲਜ ਤੋਂ ਅਪਰੂਵਲਸ ਆ ਚੁੱਕੀਆਂ ਹਨ, ਬਟ ਇਹ ਵੀ ਬੜਾ ਧਿਆਨ ਨਾਲ ਦੇਖਣ ਵਾਲਾ ਹੈ। ਡਜ਼ਨਟ ਮੈਟਰ ਕਿ ਤੁਹਾਡੇ ਕੋਲ ਅਪਰੂਵਲ ਆ ਗਈ ਤੁਸੀਂ ਫਲਾਈ ਕਰੋਗੇ ਹੀ ਕਰੋਗੇ, ਤੁਸੀਂ ਆਪਣੇ ਰਿਸਕ ਤੇ ਜਾਣਾ ਹੈਗਾ। ਕੋਈ ਵੀ ਟਿਕਟ ਬੁੱਕ ਕਰਨੀ ਆਪਣੇ ਰਿਸਕ ਤੇ ਬੁੱਕ ਕਰ ਰਹੇ ਹੋ, ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਦਾ ਉੱਥੇ ਜਾ ਕੇ ਅਗਰ ਪਤਾ ਲੱਗੇ ਔਨ ਬੋਰਡ ਵੀ ਇਹ ਤੁਹਾਡੀ ਐਸੈਂਸ਼ੀਅਲ ਕਲਾਸ ਨਹੀਂ ਹੈ, ਤੁਹਾਡੀ ਫਿਜ਼ੀਕਲ ਕਲਾਸ ਨਹੀਂ ਲੱਗਣੀ ਜਾਂ ਇਸ ਤਰ੍ਹਾਂ ਦੀ ਕੋਈ ਚੈਕਿੰਗ ਵਗੈਰਾ ਹੋ ਸਕਦੀ ਹੈਗੀ ਹੈ। ਸੋ ਜੋ ਵੀ ਤੁਸੀਂ ਸਟੈਪ ਲੈਣੇ ਬੜੇ ਧਿਆਨ ਨਾਲ ਲੈਣੇ ਹੈਗੇ ਆ। ਆਲਦੋ ਕਲੌਜ਼ ਉਹਨਾਂ ਨੇ ਲਿਖਤੀ ਹੈ ਸਮ ਇੰਟਰਨੈਸ਼ਨਲ ਸਟੂਡੈਂਟ ਐਂਡ ਸਮ ਅਪਰੂਵਡ ਪਰਮਾਨੈਂਟ ਰੈਜ਼ੀਡੈਂਟ ਆਲਸੋ, ਜਿਹਨਾਂ ਦਾ ਨਵਾਂ ਅਪਰੂਵਲ ਹੋ ਗਿਆ ਉਹ ਵੀ ਕੁਝ। ਹੁਣ ਕੁਝ ਦੇ ਵਿੱਚ ਇਹ ਬੜਿਆ ਆ ਜਾਂਦਾ ਵੀ ਇੱਕ ਕਾਮਨ ਨਹੀਂ ਹੈਗਾ, ਤੁਹਾਡੇ ਲਈ ਸਪੈਸ਼ਲ ਹੈਗਾ। ਅਗਰ ਸਪੈਸ਼ਲ ਅਪਰੂਵਲਸ ਤੁਹਾਡੇ ਕੋਲ ਹੈਗੇ ਆ, ਸਪੈਸ਼ਲ ਸਰਕਮਸਟੈਂਸ ਤੁਹਾਡੇ ਕੋਲ ਜਸਟੀਫਾਈ ਕਰਨ ਵਾਲੇ ਬੰਦੇ ਹੈਗੇ ਆ, ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਤਾਂ ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ ਹੈਗਾ। ਜਦੋਂ ਵੀ ਜਾ ਰਹੇ ਹਾਂ ਸਾਰੀਆਂ ਅਪਰੂਵਲਸ ਨਾਲ ਲੈ ਕੇ ਜਾਈਏ, ਸਾਰੀਆਂ ਚੀਜ਼ਾਂ ਦੀ ਪ੍ਰਪੇਅਰ ਕਰਕੇ ਚੱਲੀਏ। ਅਗਰ ਆਪਣੇ ਕੋਲ ਕਿਸੇ ਚੀਜ਼ ਦਾ ਕੋਈ ਆਨਸਰ ਨਹੀਂ ਹੈਗਾ ਤਾਂ ਉਹਨਾਂ ਨੇ ਦੁਬਾਰਾ ਆਪਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਦੇਣਾ, ਇਸ ਲਈ ਪ੍ਰੈਪਰੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਵੀ ਆਪਾਂ ਟਿਕਟ ਬੁੱਕ ਕਰਦੇ ਹਾਂ ਪਹਿਲੀ ਗੱਲ ਤਾਂ ਆਪਣੀ ਸਾਰੀ ਅਪਰੂਵਲਸ ਹੱਥ 'ਚ ਰੱਖੋ ਟਿਕਟ ਬੁੱਕ ਕਰਨ ਤੋਂ ਪਹਿਲਾਂ, ਔਰ ਸੈਕੰਡ ਜਦੋਂ ਬੁੱਕ ਹੋ ਜਾਂਦੀ ਉਸ ਤੋਂ ਬਾਅਦ ਆਪਣੀ ਥੋੜੀ ਜਿਹੀ ਪ੍ਰੈਪਰੇਸ਼ਨ ਵੀ ਕਰੋ ਵੀ ਮੈਂ ਉੱਥੇ ਕਾਹਦੇ ਲਈ ਜਾ ਰਿਹਾ, ਕਿਉਂ ਜਾ ਰਿਹਾ, ਉੱਥੇ ਕੌਣ ਹੈ, ਕੀ ਸਰਕਮਸਟੈਂਸਸ ਹੈ, ਵਰਕ ਪਰਮਿਟ ਹੈ, ਮੇਰਾ ਸਟੂਡੈਂਟ ਵੀਜ਼ਾ ਹੈ, ਮੇਰਾ ਕਾਲਜ ਕੀ ਹੈ, ਕਾਲਜ ਤੋਂ ਕੀ ਅਪਰੂਵਲਸ ਆਈ ਹੈ, ਕੀ ਮੇਰੀ ਫਿਜ਼ੀਕਲ ਕਲਾਸ ਲੱਗੇਗੀ, ਮੈਂ ਆਨਲਾਈਨ ਕਲਾਸ ਕਿਉਂ ਨਹੀਂ ਲਾ ਸਕਦਾ। ਸਾਰੇ ਕੁਐਸਚਨਸ ਜਿਹੜੇ ਹੈਗੇ ਆ ਤੁਸੀਂ ਇੱਕ ਇੰਟਰਵਿਊ ਦੀ ਤਰ੍ਹਾਂ ਪ੍ਰਪੇਅਰ ਕਰਕੇ ਚੱਲਣਾ। ਇਟ ਡਜ਼ਨਟ ਮੈਟਰ ਕਿ ਇੱਥੋਂ ਤੁਸੀਂ ਬੁੱਕ ਕਰ ਲਈ ਟਿਕਟ, ਉੱਥੋਂ ਤੁਹਾਨੂੰ ਵਾਪਸ ਕਰ ਦਿੱਤਾ ਗਿਆ, ਫਿਰ ਤੁਸੀਂ ਆਪਣੇ ਏਜੰਟਸ ਨਾਲ ਲੜਦੇ ਰਹੋ ਜਾਂ ਕਿਤੇ ਟਿਕਟ ਬੁੱਕ ਕੀਤੀ ਹੋਈ ਉਹਨਾਂ ਨਾਲ ਲੜਦੇ ਰਹੋ। ਸੋ ਡਜ਼ਨਟ ਮੇਕ ਸੈਂਸ। ਤੁਸੀਂ ਬ੍ਰਿਲੀਅੰਟਲੀ ਇਹਨੂੰ ਐਡਵਾਈਸ ਆਪਣੀ ਸਹੀ ਦਿਮਾਗ ਨਾਲ ਇਹਨਾਂ ਚੀਜ਼ਾਂ ਨੂੰ ਸਮਝਣਾ ਹੈਗਾ, ਪ੍ਰੈਪਰੇਸ਼ਨ ਕਰਕੇ ਜਾਣੀ ਹੈ। ਉਹਦੇ ਵਿੱਚ ਤੁਹਾਡਾ ਕੁਆਰੰਟਾਈਨ ਪੀਰੀਅਡ ਵੀ ਹੈਗਾ ਵੀ ਯੈਸ, ਉਹਦੇ ਕੋਲ ਪਲਾਨ ਕੀ ਹੈ, ਤੁਹਾਡੇ ਕੋਲ 14 ਦਿਨ ਆਪਾਂ ਕਿੱਥੇ ਰਹਿਣਾ ਹੈ, ਕੌਣ ਆਪਣੀ ਟੇਕ ਕੇਅਰ ਕਰੇਗਾ, ਕਿ ਆਪਾਂ ਕਿਤੇ ਲੈਂਡਲੋਰਡ ਕੋਲ ਰਹਿਣਾ ਹੈ ਜਾਂ ਕਿਸੇ ਦੋਸਤ ਮਿੱਤਰ ਕੋਲ ਰਹਿਣਾ, ਉਹਦੀਆਂ ਅਪਰੂਵਲਸ ਵੀ ਐਸੇ 14 ਡੇਜ਼ ਇੱਥੇ ਰਹਿ ਸਕਦਾ, ਸਾਰੀਆਂ ਚੀਜ਼ਾਂ ਈਚ ਐਂਡ ਐਵਰੀ ਵਨ, ਬਿਕੋਜ਼ ਕਿ ਸੈਂਸਿਟਿਵ ਮੈਟਰ ਹੈਗੇ ਹੈ। ਤਾਂ ਕੈਨੇਡਾ ਨੇ ਮਨਾ ਨਹੀਂ
नहीं किया होया, देखिए मना नहीं किया होया, बट अगर आप जाना है तो पूरी तैयारी करके आप सारी टिकट्स या सारी चीज़ां लैनिया हैगियां। ऐसा ना होए कि आप जाना तो चाहते हैं, पैसे भी वेस्ट कर लिए और अपना काम भी ना बने, वापस आ जाइए, वो सारियां अपनी ही गलतियां होणगियां अगर आप वापस आवांगे। तो एक होर जिहड़ी सब तो वधिया जिहड़ी चीज़ हैगी है ਵੀ ਯੈਸ ਆਨਲਾਈਨ ਉਹ ਕਹਿੰਦੇ ਸਬਮਿਟ ਤੁਸੀਂ ਕਰ ਸਕਦੇ ਹੋ ਆਪਣੀਆਂ ਫਾਈਲਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰੋਸੈਸਿੰਗ ਟਾਈਮ ਵੀ ਜੋ ਕਿ ਅਸੀਂ ਦੇਖ ਰਹੇ ਹਾਂ ਇਸ ਟਾਈਮ ਤੇ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਵੀ ਉਹਨਾਂ ਨੇ ਥੋੜਾ ਕੰਸਰਨ ਦਿਖਾਇਆ ਵੀ 45 ਡੇਜ਼ ਦੇ ਵਿੱਚ ਕੋਸ਼ਿਸ਼ ਕਰਾਂਗੇ ਜਿਹੜੀਆਂ ਫਾਈਲਾਂ ਅਪਰੂਵ ਹੋ ਜਾਣ, ਬਟ ਉਹ ਪਹਿਲ ਦੇ ਆਧਾਰ ਤੇ ਉਹੀ ਹੋਣਗੇ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਵਗੈਰਾ ਕੀਤੇ ਹੋਏ ਆ। ਸੈਕੰਡ ਨੰਬਰ ਤੇ ਉਹ ਫਾਈਲਾਂ ਅਪਰੂਵਲ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸਟੈਪ 1 ਦੀ ਅਪਰੂਵਲ ਦੇਣੀ ਹੈ। ਵੀ ਸਟੈਪ 1 ਚ ਕੀ ਚੀਜ਼ਾਂ ਦੇਖੀਆਂ ਜਾਣਗੀਆਂ। ਸਟੈਪ 1 ਦੇ ਵਿੱਚ ਜਿਹੜੀਆਂ ਸਿਰਫ ਉਹਨਾਂ ਨੇ 4 ਚੀਜ਼ਾਂ ਦੇਖਣੀਆਂ ਹੈਗੀਆਂ ਵੀ ਬੱਚਾ ਜਿਹੜਾ ਹੈਗਾ ਜੈਨੂਨ ਹੈਗਾ, ਸਟੂਡੈਂਟ ਜੈਨੂਨ ਹੈ, ਨੰਬਰ 1 ਵੀ ਉਹ ਪੜ੍ਹਾਈ ਕਰਨ ਵਾਸਤੇ ਜਾ ਰਿਹਾ। ਸੈਕੰਡ, ਉਹਨੇ ਕਾਲਜ ਦੇ ਵਿੱਚ DLI ਅਪਰੂਵਡ ਕਾਲਜ ਹੈ, ਉੱਥੇ ਐਡਮਿਸ਼ਨ ਲੈ ਲਈ ਹੈ, ਐਕਸੈਪਟੈਂਸ ਲੈਟਰ ਆ ਗਈ ਹੈ, ਵਿੱਚ ਉਹ ਡਾਕੂਮੈਂਟਰੀ ਆਪਾਂ ਸਾਰੀ ਕਰਦੇ ਹਾਂ, ਸਟੂਡੈਂਟ ਦੇ ਬਿਹੇਵ ਤੇ ਆਪਾਂ ਲਾਣੇ ਹੈਗੇ ਆ। ਥਰਡ ਵਨ ਜੀ ਉਹਦੇ ਕੋਲ ਸਫੀਸ਼ੀਐਂਟ ਬੈਲੈਂਸ ਹੈਗਾ, GIC ਵਗੈਰਾ ਕਰਾਇਆ ਹੋਇਆ। ਅਗਰ ਨੌਨ SDS 'ਚ ਆਪਾਂ ਲਗਾ ਰਹੇ ਹਾਂ ਤਾਂ ਦੈਨ ਆਪਣੇ ਕੋਲ ਸੋਰਸ ਆਫ ਫੰਡ ਔਰ ਫੰਡ ਜਿਹੜੇ ਅਵੇਲੇਬਲ ਹੈਗੇ। ਜੇ GIC ਹੈ, ਅੰਡਰ SDS ਹੈ ਤਾਂ ਕੋਈ ਜ਼ਰੂਰਤ ਨਹੀਂ ਹੈਗੀ, ਅੰਡਰ SDS ਹੈ GIC ਆਪਣਾ ਲਗਾ ਦੇਣਾ, ਕੋਈ ਟੈਨਸ਼ਨ ਨਹੀਂ। ਬਟ ਅਗਰ ਆਪਾਂ ਲਗਾ ਰਹੇ ਹਾਂ ਵੀ ਇਸ ਨੌਨ SDS ਦੇ ਵਿੱਚ ਤਾਂ ਦੈਨ ਆਪਾਂ ਫੰਡ ਦੇਣੇ ਹੈਗੇ, ਉਹਦੇ ਸੋਰਸ ਆਫ ਫੰਡ ਵੀ ਦੇਣੇ, ਇਨਕਮ ਵਗੈਰਾ ਸਾਰਾ ਕੁਝ ਦੇਣਾ। ਖਾਸ ਰਹਿੰਦਾ ਹੈ ਵੀ ਯੈਸ ਕੈਨੇਡਾ ਦੇ ਵਿੱਚ ਅਸੀਂ ਪੜ੍ਹ ਕੇ ਵਾਪਸ ਆ ਜਾਣਾ। ਇਹ ਇੱਕ ਜਿਹੜਾ ਹੈ ਬੜਾ ਬਿਊਟੀਫੁਲ ਤਰੀਕੇ ਨਾਲ ਆਪਾਂ ਨੂੰ ਕਵਰ ਅਪ ਕਰਨ ਦੀ ਜ਼ਰੂਰਤ ਪੈਂਦੀ ਹੈ ਹਰੇਕ ਫਾਈਲ ਦੇ ਵਿੱਚ। ਸੋ ਇਹਨਾਂ ਚੀਜ਼ਾਂ ਨੂੰ ਅਗਰ ਆਪਾਂ ਫਾਈਲ ਲਗਾਉਂਦੇ ਤਾਂ ਫਾਈਲਾਂ ਦਾ ਕਦੇ ਵੀ ਮਨਾ ਨਹੀਂ ਕੀਤਾ ਗਿਆ ਹੈ। ਬਟ ਇੱਕ ਚੀਜ਼ ਵੈਰੀ ਵੈਰੀ ਕਲੀਅਰ ਜਿਹੜੀ ਪਹਿਲਾਂ ਤੁਸੀਂ ਦੇਖ ਰਹੇ ਸੀ ਵਿਦਆਊਟ ਇਸ ਜਾ ਰਹੇ ਆ, ਡਿਲਿੰਗੋ ਨਾਲ ਚਲੇ ਜਾਈਏ। ਸੋ ਡਿਲਿੰਗੋ ਦਾ ਵੈਰੀ ਕਲੀਅਰ ਹੈਗਾ, ਪਹਿਲਾਂ ਵੀ ਵੈਬਸਾਈਟ ਤੇ ਕਿਤੇ ਵੀ ਨਹੀਂ ਮੈਂਸ਼ਨ ਕੀਤਾ ਹੋਇਆ ਸੀ, ਕਿਤੇ ਪ੍ਰਮੋਟ ਵੀ ਨਹੀਂ ਕੀਤਾ, ਬਟ ਬਹੁਤ ਸਾਰੇ ਏਜੰਟ ਡਿਲਿੰਗੋ ਕਰਕੇ ਪ੍ਰਮੋਟ ਕਰ ਰਹੇ। ਬਟ ਡਿਲਿੰਗੋ ਦੇ ਨਾਲ ਤੁਸੀਂ ਕੈਨੇਡਾ ਨਹੀਂ ਪਹੁੰਚ ਸਕਦੇ। ਡਿਲਿੰਗੋ ਨਾਲ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ। UK ਡਿਲਿੰਗੋ ਜਾਂ ਕਿਸੇ ਹੋਰ ਕੰਟਰੀ 'ਚ ਐਕਸੈਪਟੇਬਲ ਹੋਏਗਾ, ਬਟ ਕੈਨੇਡਾ ਦੇ ਵਿੱਚ ਹਜੇ ਐਕਸੈਪਟੇਬਲ ਨਹੀਂ ਹੈ। ਤਾਂ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਹੈਗੇ ਜਾਂ ਬਾਕੀ ਹੈਗੇ ਉਹਦੇ ਲਈ 3 ਹੀ ਟੈਸਟ ਐਟ ਪ੍ਰੈਜ਼ੈਂਟ ਜਿਹੜੇ ਐਕਸੈਪਟੇਬਲ ਹੈ। 1 ਇਜ਼ IELTS, IELTS, PTE ਐਂਡ ਥਰਡ ਵਨ ਇਜ਼ TOEFL। ਸੋ TOEFL ਐਂਡ 3 ਹੀ ਜਿਹੜੇ ਟੈਸਟ ਹੈਗੇ ਜਿਹੜੇ ਇਸ ਟਾਈਮ ਐਕਸੈਪਟੇਬਲ ਹੈਗੇ ਆ, ਇਹਨਾਂ ਨੂੰ ਹੀ ਆਪਾਂ ਕਰਕੇ ਜਿਹੜੇ ਐਡਮਿਸ਼ਨਸ ਵਗੈਰਾ ਲੈ ਸਕਦੇ ਹੈਗੇ ਆ ਔਰ ਆਪਣੀ ਜਿਹੜੀ ਇਹ ਪਾਸ ਹੋ ਸਕਦਾ ਹੈ। ਯਸ CAQ ਆਪਾਂ ਲੈਣਾ ਹੈ ਅਗਰ ਮੌਂਟਰੀਅਲ ਤੋਂ ਹੈਗੇ ਆ। तो बाकी सारी चीज़ा एज इट इज़ हैगियां। ये सारी चीज़ों उन्होंने क्लीयर किया गया भी बायोमैट्रिक्स मैडिकल इन्हां चीज़ों के लिए असी जिहड़ा जो कोई भी रिफ्यूज़ नहीं करांगे, बट स्टैप 1 की जिहड़ी है आपां दे सकते हैं, अप्रूवल दे सकते हैं। तो सैकेंड अप्रूवल दे विच यस फ्लाई करन दी अप्रूवल मिलेगी भी कदों तुसीं फ्लाई कर सकते हो। हुण सब तो वड्डा जिहड़ा इंपॉर्टेंट पॉइंट है मैं तुहानूं एंड दे विच दस्सण जा रहा, जिहड़े बच्चों ने मई दे विच एडमिशन लईआं सी उन्होंने डैफर कीतियां सितंबर दे विच कॉलेजां ने क्लीयर कट इन्फॉर्मेशन दे दी है भी यस क्लासेस ऑनलाइन आपां नूं शुरू ही करनियां पैणगियां। सो जिहड़े बच्चों ने मई तो सितंबर डैफर कीता सी, नाउ दे शुड बी मैंटली रेडी कि अपनी ऑनलाइन क्लासेस अप्लाई करन, अपने कॉलेज नाल इन टच रहन, अपने एजेंट्स नाल इन टच रहन और डायरैक्ट कॉरस्पॉन्डेंस भी कर सकते हैं। कई कॉलेज इतने रफ हो गए, उन्होंने सिंपल जिहड़ी इन्फॉर्मेशन देती है भी यस ऑनलाइन रजिस्टर करो, अदरवाइज वी विल नॉट रिफंड योर मनी। सो ये सारियां टाइम टू टाइम चेंजेस हो रही हैं। तो टाइम टू टाइम जिन्होंने भी बच्चों ने एडमिशन ਲਈ ਹੈ अपने कॉलेज नाल डायरैक्टली इन टच रहन तो देर इज नो स्कोप, बहुत घट स्कोप है भी हुण अगे आपां रैफर करिए। सेम टाइम जिहड़े बच्चे नवें अप्लाई कर रहे सितंबर इनटेक दे लई, जे उन्हां कोल अप्रूवल्स आ जांदी है, फर्स्ट अप्रूवल अगर अपने इन हैंड आ जाती है तो दैन कॉलेज कैन डिनाई यस वी विल नॉट रिफंड योर मनी। सो ये ध्यान नाल रखने वाली गल हैगी है, थोड़ा जैनू समझ के फाइलों नूं लगवाना है आपां सारा चीज़ां भी। अगर आपां जैनू स्टूडेंट है, लिखो कंबैसी भी ये कह रहे भी यू आर अ जैनू स्टूडेंट राइट, तां ही असीं तुहानूं जिहड़ा वीज़ा ग्रांट करांगे। एंड कॉलेज भी कह रहे भी दिस इज माई जैनू स्टूडेंट। अगर ये आपां नूं ऑप्शन मिल रही है भी 50% क्लास जिहड़ी है फिर इंडिया तो आपां लगा सकते हैं, उन्होंने देखते हुए ही आपां जिहड़ी फाइल लगानी पुटअप करनी है। सो अगर अप्रूवल आ जाती है तो यू शुड बी रेडी विद द ऑनलाइन क्लासेस। और अगर इन केस एक्सैप्शनली कॉलेज ये कहता है भी यस भी ऑनलाइन क्लासेस मैं नहीं दे सकता, प्रैक्टिकल हैगे है या असी कुछ बैचेस दे विच कॉलेजेस खोल रहे हैं, जिस तरह भी दा कोई पॉलिसी आएगी अगर कॉलेज की, क्योंकि ये एम्बैसी का कोई इंटरवेंशन नहीं, वो कह रही भी यस रिफंड पॉलिसी अपने कॉलेज नूं देखो, कॉलेज अगर मना कर रहा है तो वी कैन नॉट हैल्प यू। अगर कॉलेज कह रहा है भी यस आना है तो वी कैन ओबलाइज यू, तुसीं वो अप्रूवल्स दिखा दो भी एसेंशियल क्लासेस तुहाडियां लगनियां, यू कैन ट्रैवल। सो इन्हें चीज़ों को थोड़ा ख्याल रखना है, बड़िया इंपॉर्टेंट है। सो इत्थों ट्रैवल करना
दोनों तिन्ना लिए इंपॉर्टेंट है। वन, डेफर ਜਿਹੜੇ ਬੱਚੇ ਕਰ ਰਹੇ ਆ ਉਹ ਆਪਣਾ ਅਲਰਟ ਹੋ ਜਾਣ ਵੀ ਡੈਫਰ ਨਹੀਂ ਹੋ ਪਾਏਗਾ। 90% ਦੇ ਵਿੱਚ ਡੈਫਰ ਜਿਹੜਾ ਨਹੀਂ ਹੋ ਪਾਣਾ, ਬਹੁਤ ਘੱਟ ਕਾਲਜ ਜਿਹੜਾ ਡੈਫਰਮੈਂਟ ਅਲਾਉ ਕਰ ਰਹੇ ਆ ਜਨਵਰੀ ਲਈ। ਸੈਕੰਡ, ਜਿਹੜੇ ਬੱਚੇ ਹੁਣ ਸਤੰਬਰ ਲਈ ਅਪਲਾਈ ਕਰ ਰਹੇ ਆ ਦੇ ਸ਼ੁੱਡ ਬੀ ਆਲਸੋ ਕੇਅਰਫੁਲ ਕਿ ਅਗਰ ਵੀਜ਼ਾ ਉਹਨਾਂ ਦਾ ਆ ਜਾਂਦਾ ਹੈ ਦੇ ਹੈਵ ਟੂ ਟਰੈਵਲ ਆਈਦਰ ਜਾਂ ਇੰਡੀਆ ਤੋਂ ਸਟਾਰਟ ਕਰਨੀਆਂ ਪਈਆਂ। ਡੈਫਰਮੈਂਟ ਦਾ ਕੋਈ ਚਾਂਸ ਨਹੀਂ ਹੈਗਾ, ਕਲੀਅਰ ਕੱਟ ਗਾਈਡਲਾਈਨਸ ਉੱਥੋਂ ਆ ਰਹੀਆਂ ਹੈਗੀਆਂ। ਐਂਡ ਨੰਬਰ ਥਰਡ ਨੰਬਰ ਦੇ ਵਿੱਚ ਜਿਹੜੇ ਵੀ ਬੱਚੇ ਇੱਥੋਂ ਟਰੈਵਲ ਕਰ ਰਹੇ ਉਹ ਸਾਰੀਆਂ ਟਿਕਟਸ ਵਗੈਰਾ ਉਹਦਾ ਆਪਣਾ ਪੂਰਾ ਡਾਕੂਮੈਂਟੇਸ਼ਨ ਲੈ ਕੇ ਚੱਲਣ ਐਂਡ ਉਹ ਅਗਰ ਉਹ ਆਪਣਾ ਇੰਤਜ਼ਾਮ ਕਰ ਸਕਣ ਸੋ ਦੈਟ ਕਿ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਆਪਾਂ ਉੱਥੇ ਲੈਂਡ ਕਰ ਪਾਈਏ, ਸੇਫਲੀ ਲੈਂਡ ਕਰ ਪਾਈਏ। ਸੋ ਥੈਂਕ ਯੂ ਵੈਰੀ ਮਚ। ਅੱਜ ਦੀ ਇਨਫੋਰਮੇਸ਼ਨ ਜਿਹੜੀ ਕਾਫੀ ਇੰਪੋਰਟੈਂਟ ਸੀਗੀ ਸੋ ਆਈ ਥੋਟ ਕਿ ਤੁਹਾਨੂੰ ਸ਼ੇਅਰ ਕਰਨੀ ਚਾਹੀਦੀ ਹੈ। ਇਹਦਾ ਨੀਚੇ ਵੈਬੀਨਾਰ ਦਾ ਲਿੰਕ ਵੀ ਤੁਹਾਨੂੰ ਮਿਲ ਜਾਏਗਾ। ਵੈਬੀਨਾਰ ਦੀ ਜਿਹੜੇ ਤਕਰੀਬਨ ਜਿਹੜੀ ਪੂਰੀ ਇਨਫੋਰਮੇਸ਼ਨ ਉਹਦੇ ਗੋ ਥਰੂ ਤੁਸੀਂ ਕਰ ਸਕਦੇ ਹੋ ਤੇ ਕਾਫੀ ਹੈਲਪਫੁਲ ਹੋਏਗੀ ਤੁਹਾਡੇ ਲਈ। ਥੈਂਕ ਯੂ ਵੈਰੀ ਮਚ।